ਸਮਾਂ 3 ਵਜੇ ਦਾ ਵਾ। ਸਰਕਾਰ ਦਾ ਜਿਹੜਾ ਟਾਈਮ ਸਰਕਾਰੀ ਹੈਗਾ 7:30 ਵਜੇ ਤੋਂ ਲੈ ਕੇ 2 ਵਜੇ ਤੱਕ। ਤੁਸੀਂ ਐਕਸਟਰਾ ਬੈਗ ਕੇ ਲੋਕਾਂ ਦੀ ਮੁਸ਼ਕਲਾਂ ਸੁਣੋ। नहीं देखो ना, मेरे को लग रहा है कि इन्नी गर्मी है बाहर और लोग आ रहे हैगे वो कित्थों चल के आया है और आ गया तो मैं उन्होंने कਹਾਂ कि मैं तो चलिया 2 ਵਜੇ ਹੈਗੇ ਆ, ਹੁਣ ਤੁਸੀਂ ਜਾਓ, ਉੱਠ ਕੇ ਚਲੇ ਜਾਓ। ਕੋਈ ਵੀ ਕਿੰਨੀ ਉਮੀਦ ਲੈ ਕੇ ਆ ਰਿਹਾ ਸਾਡੇ ਤੇ ਸਾਡੀ ਸਰਕਾਰ ਤੇ। ਕਿਉਂ ਨਾ ਕੱਲ ਦੀ ਜਗ੍ਹਾ ਅੱਜ ਹੀ ਉਹਨਾਂ ਦਾ ਕੰਮ ਕਰ ਦਿੱਤਾ, ਜੋ ਕੱਲ ਕਰਨਾ ਅੱਜ ਹੀ ਕਿਉਂ ਨਾ ਕਰ ਦਈਏ। ਤੁਸੀਂ ਸੀਟ ਤੇ ਬੈਠੇ ਕਹਿੰਦੇ ਕਿ ਇਹ ਸੋਨੇ ਦੀ ਚਿੜੀ ਹੈ, ਇਹ ਕਿੰਨੀ ਸੱਚਾਈ ਹੈਗੀ ਜੀ? ਪਹਿਲਾਂ ਚੇਅਰਮੈਨ ਰਹੇ। ਕੋਈ ਵਿਅਕਤੀ ਕਿਤੋਂ ਵੀ ਆਉਂਦਾ ਹੈ, ਫੋਰਨ ਤੋਂ ਆਉਂਦਾ, ਇੰਟਰਨੈਸ਼ਨਲ ਏਅਰਪੋਰਟ ਹੈ, ਏਅਰਪੋਰਟ ਤੋਂ ਉਤਰਦੇ ਉਹਨੂੰ ਲੱਗਣਾ ਚਾਹੀਦਾ ਯਾਰ ਮੈਂ 2 ਸਾਲ ਪਹਿਲਾਂ ਆਇਆ ਸੀ, ਹੁਣ ਮੈਨੂੰ ਕੁਝ ਬਦਲਿਆ ਨਹੀਂ। ਇਹਦਾ ਮਤਲਬ ਹੈ ਅਸੀਂ ਸ਼ਾਇਦ ਵਾਸਤੇ ਕੁਝ ਕੀਤਾ। ਜੇ ਨਹੀਂ ਦਿਖਦਾ ਤਾਂ ਮਾਫ ਕਰਨਾ, ਫਿਰ ਤੇ ਉਹੀ ਕੰਮ ਹੋ ਗਿਆ ਜੋ ਤੁਸੀਂ ਦੇਖੋ। ਲੋਕ ਕੀ ਕਹਿ ਰਹੇ ਕਿ ਟਰਸਟ ਦੇ ਕੰਮ 'ਚ ਕਿੰਨੀ ਇੰਪਰੂਵਮੈਂਟ ਹੈ, ਮੈਨੂੰ ਨਹੀਂ ਬੋਲਣੀ ਚਾਹੀਦੀ, ਤੁਸੀਂ ਪਬਲਿਕ ਨੂੰ ਪੁੱਛੋ। ਕਹਿੰਦੇ ਕਿ ਇੱਕ ਟੇਬਲ ਦੇ ਉੱਪਰ 2-2 3-3 ਮਹੀਨੇ ਫੈਲਾ ਪਈਆਂ ਰਹਿੰਦੀਆਂ ਸੀ, ਇਹ ਚੀਜ਼ ਸੱਚਾਈ ਹੈ? ਸਰ 2-2 3-3 ਮਹੀਨੇ, 2-2 3-3 ਸਾਲ, ਕਈ ਫੈਲਾ 20-20 ਸਾਲ, 10-10 ਸਾਲ। ਬਿਲਕੁਲ ਸਾਰੇ ਜਿੰਨੇ ਵੀ ਆਪਣੇ ਉੱਤੇ ਸੀ ਬਿਠਾ ਕੇ ਇੱਕ ਚੀਜ਼ ਕਰੀਏ ਕਿ ਮੈਂ ਆਪਣਾ ਵਿਜ਼ਨ ਕਰੀਏ। ਮੇਰਾ ਵਿਜ਼ਨ ਜਦੋਂ ਮੈਂ ਸਿੰਪਲ ਪੰਜਾਬੀ ਦੱਸਦਾ, ਮੇਰੇ ਵਾਸਤੇ ਗੁਰੂ ਘਰ ਕੋਈ ਜਗ੍ਹਾ 'ਚ ਨਹੀਂ ਹੈ, ਮੇਰੇ ਵਾਸਤੇ ਸਾਰਾ ਸ਼ਹਿਰ ਗੁਰੂ ਘਰ। ਕੋਈ ਫਾਈਲ ਨਹੀਂ ਤੇ ਬਦਲ ਸਕਦੀ। ਔਰ ਅੱਜ ਉਹਦਾ ਨਤੀਜਾ ਲੋਕਾਂ ਦੇ ਕੰਮ ਮਹੀਨਿਆਂ 'ਚ ਨਹੀਂ, ਦਿਨਾਂ 'ਚ, ਹਫ਼ਤਿਆਂ 'ਚ ਵੀ ਨਹੀਂ, ਦਿਨਾਂ 'ਚ। ਇਹ ਸੀਟ ਅਸੀਂ ਸਾਰਿਆਂ ਵਾਸਤੇ। ਪੰਜਾਬ ਦੇ ਵਿੱਚ ਆਮ ਪਾਰਟੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਕਿੰਨਾ ਬਦਲਾਅ ਆਇਆ, ਉਹ ਅੱਜ ਪਹੁੰਚੇ ਹਾਂ ਪਰਮਿਟ ਟਰਸਟ ਆਫਿਸ ਦੇ ਵਿੱਚ, ਜਿੱਥੇ ਸਰਕਾਰ ਦੇ ਵੱਲੋਂ ਜਿਹੜਾ ਟਾਈਮ ਮਿੱਥਿਆ ਗਿਆ ਵਾ 7:30 ਵਜੇ ਤੋਂ ਲੈ ਕੇ 2 ਵਜੇ ਤੱਕ ਸਰਕਾਰੀ ਦਫ਼ਤਰ ਰਹਿਣਗੇ। ਅੱਜ ਪਰਮਿਟ ਟਰਸਟ ਦੇ ਵਿੱਚ ਪਹੁੰਚੇ ਹਾਂ। ਦੇਖ ਸਕਦੇ ਹੋ ਕਿ ਅਸ਼ੋਕ ਤਲਵਾਰ ਜੋ ਨਵੇਂ ਚੇਅਰਮੈਨ ਨੇ, 3 ਦੇ ਕਰੀਬ ਟਾਈਮ ਹੋਣ ਵਾਲਾ ਵਾ, ਪਰ ਹਜੇ ਵੀ ਕੰਮ ਕਰਦੇ ਨਜ਼ਰ ਆ ਰਹੇ ਨੇ। ਸਵਾਲ ਇਹ ਆ ਕਿ ਸਰਕਾਰਾਂ ਪਹਿਲਾਂ ਵੀ ਰਹੀਆਂ ਨੇ, ਪਰ ਉਹਨਾਂ ਦੇ ਵੱਲੋਂ ਜਿਹੜੇ ਵਾਅਦੇ ਕੀਤੇ ਜਾਂਦੇ ਸੀ ਲੋਕਾਂ ਦੇ ਨਾਲ, ਉਹ ਜ਼ਮੀਨੀ ਪੱਧਰ ਦੇ ਉੱਪਰ ਪੂਰੇ ਨਹੀਂ ਹੁੰਦੇ ਸੀ। ਪਰ ਅੱਜ ਜਾਣਦੇ ਹਾਂ ਕਿ ਇਹਨਾਂ 3 ਵਜੇ ਦਾ ਸਮਾਂ ਹੋ ਜੇ ਲੱਗਾ ਵਾ, ਚੇਅਰਮੈਨ ਬੈਠੇ ਨੇ, ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ, ਲੋਕ ਵੀ ਪਹੁੰਚੇ ਨੇ। ਦੇਖ ਸਕਦੇ ਹੋ ਕਿ ਬਿਲਕੁਲ ਪਿਆਰ ਦੇ ਨਾਲ, ਕਿਉਂਕਿ ਜਦੋਂ ਪਹਿਲੀਆਂ ਸਰਕਾਰਾਂ ਜਾਂ ਪਹਿਲੇ ਨੁਮਾਇੰਦੇ ਸੀ ਜਾਂ ਪਹਿਲੇ ਚੇਅਰਮੈਨ ਸੀ, ਉਹਨਾਂ ਲੋਕਾਂ ਨੂੰ ਵੇਟ ਕਰਵਾਉਂਦੇ ਸਨ, ਪਰ ਚੇਅਰਮੈਨ ਬੈਠ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣਨੇ। ਗੱਲਬਾਤ ਕਰ ਲੈਂਦੇ ਹਾਂ। ਅਸ਼ੋਕ ਤਲਵਾਰ ਜੀ, ਸਭ ਤੋਂ ਪਹਿਲਾਂ ਲਿਵਿੰਗ ਇੰਡੀਆ ਤੇ ਤੁਹਾਡਾ ਸਵਾਗਤ। ਧੰਨਵਾਦ। ਲਿਵਿੰਗ ਇੰਡੀਆ ਜੀ। ਅਸ਼ੋਕ ਜੀ, ਕਿੱਦਾਂ ਦੇਖ ਰਹੇ ਹੋ ਸਮਾਂ 3 ਵਜੇ ਦਾ ਵਾ? ਸਰਕਾਰ ਦਾ ਜਿਹੜਾ ਟਾਈਮ ਸਰਕਾਰੀ ਹੈਗਾ 7:30 ਵਜੇ ਤੋਂ ਲੈ ਕੇ 2 ਵਜੇ ਤੱਕ। ਤੁਸੀਂ ਐਕਸਟਰਾ ਬੈਗ ਕੇ ਲੋਕਾਂ ਦੀ ਮੁਸ਼ਕਲਾਂ ਸੁਣੋ। नहीं देखो ना, मेरे को लग रहा है कि इन्नी गर्मी है बाहर और लोग आ रहे हैगे है वो कित्थों चल के आया ਜੀ है और आ गया तो मैं उन्होंने कਹਾਂ कि मैं तो चलिया 2 ਵਜੇ ਹੈਗੇ ਆ, ਹੁਣ ਤੁਸੀਂ ਜਾਓ, ਉੱਠ ਕੇ ਚਲੇ ਜਾਓ। ਕੋਈ ਵੀ ਕਿੰਨੀ ਉਮੀਦ ਲੈ ਕੇ ਆ ਰਿਹਾ ਸਾਡੇ ਤੇ ਸਾਡੀ ਸਰਕਾਰ ਤੇ। ਜੀ तो ਇਹ ਤੇ ਨਹੀਂ ਹੋ ਸਕਦਾ ਕਿ ਮੈਂ ਜਿੰਨੀ ਦੇਰ ਮੇਰੇ ਕੋਲ ਵਿਅਕਤੀ ਬੈਠੇ ਹੈਗੇ ਆ ਤੇ ਮੈਂ ਉਹਨਾਂ ਨੂੰ ਛੋੜ ਕੇ ਚਲੇ ਜਾਵਾਂ, ਕਹਾਂ ਕੱਲ ਤੁਸੀਂ ਆਓ। ਉਹ ਕਿੱਥੇ ਜਾਣਗੇ? ਫਿਰ 8-10 ਕਿਲੋਮੀਟਰ ਬਾਹਰ ਜਾਣਗੇ, ਫਿਰ ਅਗਲਾ ਦਿਨ ਆਪਣਾ ਖਰਾਬ ਕਰਕੇ ਆਣਗੇ। ਕਿਉਂ ਨਾ ਕੱਲ ਦੀ ਜਗ੍ਹਾ ਅੱਜ ਹੀ ਉਹਨਾਂ ਦਾ ਕੰਮ ਕਰ ਦਿੱਤਾ ਜਾਵੇ। ਜੋ ਕੱਲ ਕਰਨਾ ਹੈ ਅੱਜ ਹੀ ਕਿਉਂ ਨਾ ਕਰ ਦਈਏ। ਤਾਂ ਮੇਰੇ ਆਹੀ ਹੈ, ਉਸੇ ਸਾਡੀ ਸਰਕਾਰ ਦਾ ਵੀ ਆਹੀ ਹੈ ਲਕਸ਼ ਹੈਗਾ ਕਿ ਕੋਈ ਵਿਅਕਤੀ ਬਗੈਰ ਕਿਸੇ ਭੇਦਭਾਵ ਤੋਂ ਸਾਡੀ ਸਰਕਾਰ ਦਾ ਹੈ, ਕਿਸੇ ਵੀ ਪਾਰਟੀ ਦਾ ਰਿਹਾ ਹੋਵੇ, ਲੇਕਿਨ ਮੰਨਣਾ ਸਾਡਾ ਹੈਗਾ ਕਿ ਹੈ ਤਾਂ ਪੰਜਾਬੀ, ਹੈ ਤਾਂ ਅੰਮ੍ਰਿਤਸਰ ਦਾ, ਤਾਂ ਸਾਡੇ ਵਾਸਤੇ ਸਾਰੇ ਇੱਕੋ ਜਿਹੇ, ਸਭ ਦੇ ਅਸੀਂ ਕੰਮ ਕਰ ਰਹੇ ਹੈਗੇ। ਸਰ, ਜਿਹੜੀ ਤੁਸੀਂ ਸੀਟ ਤੇ ਬੈਠੇ ਕਹਿੰਦੇ ਕਿ ਇਹ ਸੋਨੇ ਦੀ ਚਿੜੀ ਆ, ਇਹ ਕਿੰਨੀ ਸੱਚਾਈ ਹੈਗੀ ਜੀ? ਪਹਿਲਾਂ ਵੀ ਚੇਅਰਮੈਨ ਰਹੇ ਆ। ਹਾਂ, ਸੋਨੇ ਦੀ ਚਿੜੀ ਵਾਕਈ ਤੁਹਾਡੇ ਕੋਲ ਆ ਜਿਹੜੀ ਸੀਟ ਦੀ ਹੈਗੀ ਹੈ ਜ਼ਿੰਮੇਵਾਰੀ ਹੈ। ਇੱਕ ਤੇ ਲੋਕਾਂ ਦਾ ਟਰਸਟ ਬਹਾਲ ਕਰਨਾ, ਇੰਪਰੂਵਮੈਂਟ ਟਰਸਟ ਦਾ ਮਤਲਬ ਕੀ ਹੈ? ਅੰਮ੍ਰਿਤਸਰ ਟਰਸਟ ਬਹਾਲ ਕਰਨਾ। ਦੂਸਰਾ ਅੰਮ੍ਰਿਤਸਰ ਨੂੰ ਇੰਪਰੂਵ ਕਰਨਾ, ਮਾਫ ਕਰਨਾ। ਆ ਲੋਕਾਂ ਨੇ ਕੀ ਕੀਤਾ? ਲੋਕਾਂ ਦਾ ਟਰਸਟ ਖਰਾਬ ਕੀਤਾ ਹੀ ਕੀਤਾ, ਆਪਣੇ ਆਪ ਨੂੰ ਖੂਬ ਇੰਪਰੂਵ ਕੀਤਾ। ਕਰਨਾ ਸੀ ਗੁਰੂ ਦੀ ਨਗਰੀ ਨੂੰ, ਕਰਨਾ ਸੀ ਸ਼ਹਿਰ ਨੂੰ ਇੰਪਰੂਵ ਕੀਤਾ, ਖੁਦ ਨੂੰ ਆਪਣੇ ਇੰਪਰੂਵ ਨਹੀਂ ਕੀਤਾ, ਇਹਨਾਂ ਤੇ ਚਮਕਾਇਆ, ਸ਼ਾਈਨਿੰਗ ਕੀਤੀ ਉੱਪਰ, ਜਿੱਦਾਂ ਸ਼ਾਈਨ ਹੁੰਦੀ ਨਾ, ਸ਼ਾਈਨਿੰਗ ਕੀਤੀ ਜ਼ਬਰਦਸਤ ਤਰੀਕੇ ਨਾਲ। ਉਹਦੇ ਚ ਤੁਸੀਂ ਦੇਖੇ ਕਈ ਲੋਕ ਜੇਲ੍ਹ ਚ ਵੀ ਗਏ, ਆਹੀ ਪਾਰਟੀਆਂ ਦੇ ਲੋਕ ਹੈਗੇ
ਇਹਨਾਂ ਦੇ ਅੱਜ ਕਈ ਮਿਨਿਸਟਰ ਅੰਦਰ ਬੈਠੇ ਹੈਗੇ ਆ। ਹਾਂ ਤੋ ਲੇਕਿਨ ਸਾਡਾ ਲਕਸ਼ ਇੱਕੋ ਹੀ ਹੈ, ਕੇਜਰੀਵਾਲ ਸਾਹਿਬ ਦਾ, ਮਾਨ ਸਾਹਿਬ ਦਾ, ਮੇਰਾ ਵੀ ਵਿਜ਼ਨ ਸੇਮ ਵਿਜ਼ਨ ਹੈ, ਪਾਰਟੀ ਦਾ ਵਿਜ਼ਨ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ, ਗੁਰੂ ਘਰ ਨੂੰ ਦੀ ਸੇਵਾ ਕਰਨੀ ਹੈ ਜੀ। ਮੇਰਾ ਵਿਜ਼ਨ ਹੈ ਕੋਈ ਵਿਅਕਤੀ ਕਿਤੋਂ ਵੀ ਆਂਦਾ ਹੈ, ਫੋਰਨ ਤੋਂ ਆਂਦਾ ਹੈ, ਇੰਟਰਨੈਸ਼ਨਲ ਰਿਪੋਰਟ ਹੈ ਜੀ, ਏਅਰਪੋਰਟ ਤੋਂ ਉਤਰਦੇ ਉਹਨੂੰ ਲੱਗਣਾ ਚਾਹੀਦਾ ਯਾਰ ਮੈਂ 2 ਸਾਲ ਪਹਿਲਾਂ ਆਇਆ ਸੀ, ਹੁਣ ਮੈਨੂੰ ਕੁਝ ਬਦਲਿਆ ਦਿਖਦਾ ਹੈਗਾ। ਇਹਦਾ ਮਤਲਬ ਹੈ ਅਸੀਂ ਸ਼ਹਿਰ ਵਾਸਤੇ ਕੁਝ ਕੀਤਾ। ਜੇ ਨਹੀਂ ਦਿਖਦਾ ਤੇ ਮਾਫ ਕਰਨਾ, ਫਿਰ ਤੇ ਉਹੀ ਕੰਮ ਹੋ ਗਿਆ ਜੋ ਲੋਕ ਕਰ ਰਹੇ ਹੈਗੇ ਸੀ। ਤੋ ਅੱਜ ਮੁਸ਼ਕਿਲ ਨਾਲ ਮੈਨੂੰ 2 ਮਹੀਨੇ ਹੋਏ ਹੈ ਜੀ। ਉਹ ਤੁਸੀਂ ਦੇਖੋ ਲੋਕ ਖੁਦ ਹੀ ਕਰ ਰਹੇ ਹੈ ਕਿ ਟਰਸਟ ਦੇ ਕੰਮ 'ਚ ਕਿੰਨੀ ਇੰਪਰੂਵਮੈਂਟ ਹੈ, ਮੈਨੂੰ ਨਹੀਂ ਬੋਲਣੀ ਚਾਹੀਦੀ, ਤੁਸੀਂ ਪਬਲਿਕ ਨੂੰ ਪੁੱਛੋ। ਇਹ ਸਰ ਵੈਸੇ 2 ਮਹੀਨੇ ਹੋ ਗਏ ਤੁਹਾਨੂੰ, ਵੈਸੇ ਕੀ ਮੁਸ਼ਕਿਲਾਂ ਲੋਕਾਂ ਦੀਆਂ ਮੁਸ਼ਕਿਲਾਂ ਸਾਹਮਣੇ ਕੀ ਆ ਰਹੀਆਂ? ਕਹਿੰਦੇ ਕਿ ਇੱਕ ਟੇਬਲ ਦੇ ਉੱਪਰ 2-2 3-3 ਮਹੀਨੇ ਫੈਲਾ ਪਈਆਂ ਰਹਿੰਦੀਆਂ ਸੀ, ਇਹ ਚੀਜ਼ ਸੱਚਾਈ ਹੈ? ਸਰ 2-2 3-3 ਮਹੀਨੇ, 2-2 3-3 ਸਾਲ, ਕਈ ਫਾਈਲਾਂ 20-20 ਸਾਲ, 10-10 ਸਾਲ, 2-2 ਤੋਂ 3 ਮਹੀਨੇ ਤੇ ਲੋਕ ਬਰਦਾਸ਼ਤ ਕਰ ਲੈਂਦੇ ਤੇ ਸਾਲਾਂ ਦੀ ਗੱਲ ਕਰੋ। ਲੇਕਿਨ ਜਦੋਂ ਦਾ ਮੈਂ ਆਇਆ ਬਿਲਕੁਲ ਸਾਰੇ ਜਿੰਨੇ ਵੀ ਆਪਣੇ ਆਫਿਸਰ ਸੀ ਬਿਠਾ ਕੇ ਇੱਕ ਚੀਜ਼ ਕਲੀਅਰ ਕਰ ਦਿੱਤੀ ਜੀ ਕਿ ਮੈਂ ਆਪਣਾ ਵਿਜ਼ਨ ਕਲੀਅਰ ਕਰ ਦਿੱਤਾ। ਮੇਰਾ ਵਿਜ਼ਨ ਮੈਂ ਸਿੰਪਲ ਪੰਜਾਬੀ ਦੱਸਦਾ, ਮੇਰੇ ਵਾਸਤੇ ਗੁਰੂ ਘਰ ਉਨੀ ਜਗ੍ਹਾ 'ਚ ਨਹੀਂ ਹੈ, ਮੇਰੇ ਵਾਸਤੇ ਸਾਰਾ ਸ਼ਹਿਰ ਗੁਰੂ ਘਰ ਹੈ ਔਰ ਅਸੀਂ ਮਿਲ ਕੇ ਸੇਵਾ ਕਰਨੀ ਹੈ। ਤੁਹਾਡੀ ਟੇਬਲ ਤੇ ਫਾਈਲ 3 ਦਿਨ ਤੋਂ ਵੱਧ ਨਹੀਂ ਰਹਿਣੀ ਚਾਹੀਦੀ, ਮੈਕਸਿਮਮ 3 ਡੇਜ਼ ਕੋਈ ਫਾਈਲ ਨਹੀਂ ਟੇਬਲ ਤੇ ਰਹਿਣੀ ਚਾਹੀਦੀ। ਔਰ ਅੱਜ ਉਹਦਾ ਨਤੀਜਾ ਹੈ ਲੋਕਾਂ ਦੇ ਕੰਮ ਮਹੀਨਿਆਂ 'ਚ ਨਹੀਂ ਦਿਨਾਂ 'ਚ ਹੋ ਰਹੇ ਹੈ, ਹਫ਼ਤਿਆਂ 'ਚ ਵੀ ਨਹੀਂ ਦਿਨਾਂ 'ਚ ਹੋ ਰਹੇ ਹੈ। ਜੇ ਕਿਸੇ ਵਿਅਕਤੀ ਦਾ ਕੰਮ ਨਹੀਂ ਹੁੰਦਾ, ਇੰਸਟਰਕਸ਼ਨ ਹੈ, ਪਹਿਲੀ ਵਾਰ ਹੋਇਆ ਇੰਪਰੂਵਮੈਂਟਸ, ਆਫੀਸਰਸ ਖੁਦ ਫੋਨ ਕਰਦੇ ਹੈ ਕਿ ਭਾਈ ਸਾਹਿਬ ਤੁਹਾਨੂੰ ਕੱਲ ਦਾ ਟਾਈਮ ਦਿੱਤਾ ਸੀ, ਆਣਾ ਨਾ 2 ਦਿਨ ਰੁਕ ਜਾਣਾ, ਇਸ ਵਜ੍ਹਾ ਕਰਕੇ ਤੁਹਾਡਾ ਕੰਮ ਰੁਕ ਗਿਆ, 2 ਦਿਨ ਬਾਅਦ ਚਲੇ ਆਣਾ, ਤੁਹਾਡਾ ਕੰਮ ਹੋ ਜਾਏਗਾ। ਜੇ ਮੈਨੂੰ ਕੋਲ ਸਿੱਧਾ ਕੋਈ ਵਿਅਕਤੀ ਆ ਜਾਂਦਾ ਹੈ ਔਰ ਉਹਦਾ ਕੰਮ ਉਹਨੂੰ ਟਾਈਮ ਦਿੱਤਾ ਗਿਆ ਕਿ ਤੂੰ ਫਰਾਈਡੇ ਆ ਜਾਣਾ ਜੀ, ਪਹਿਲਾਂ ਆਫੀਸਰ ਸਾਹਿਬਾਨ ਨੂੰ ਪੁੱਛ ਲਿੱਤਾ ਜਾਂਦਾ ਕਿ ਇਹਦਾ ਕੰਮ ਕਦੋਂ ਤੱਕ ਹੋ ਜਾਏਗਾ, ਕਹਿੰਦਾ ਵੀਰਵਾਰ ਹੋ ਜਾਏਗਾ। ਮੈਂ ਕਿਹਾ ਵੀਰਵਾਰ ਹੋ ਜਾਏਗਾ, ਕਿਦੋਂ ਬੁਲਾਈ, ਕਹਿੰਦਾ ਵੀਰਵਾਰ। ਮੈਂ ਕਹਿੰਦਾ ਸ਼ੁੱਕਰਵਾਰ ਬੁਲਾਵਾਂਗੇ। ਸ਼ੁੱਕਰਵਾਰ ਜੇ ਸ਼ਾਮ ਦੀਆਂ ਇਹ ਚੀਜ਼ ਜ਼ਰੂਰ ਪੁੱਛੂੰਗਾ, ਸਿਫਾਰਿਸ਼ਾਂ ਆਉਂਦੀਆਂ ਜੀ? ਸਿਫਾਰਿਸ਼ਾਂ ਬਹੁਤ ਆਉਂਦੀਆਂ ਮੇਰੇ ਵਾਸਤੇ, ਸਾਰੇ ਵਿਅਕਤੀ ਇੱਕੋ ਜਿਹੇ। ਇੱਕ ਤੁਹਾਨੂੰ ਛੋਟਾ ਜਿਹਾ ਕਿੱਸਾ ਦੱਸਾਂ, ਸਾਡੇ ਮੰਤਰੀ ਸਾਹਿਬਾਨ ਨੇ ਧਾਰੀਵਾਲ ਸਾਹਿਬ, ਕੋਈ ਸੱਜਣ ਸੀ, ਉਹਨਾਂ ਦੇ ਲੋਕਾਂ ਨੂੰ ਆਦਤ ਪਈ ਹੋਈ ਹੈ ਨਾ, ਉਹ ਧਾਰੀਵਾਲ ਸਾਹਿਬ ਕੋਲ ਮੈਂ ਨਹੀਂ ਉਹ ਗਏ ਜਾਂ ਤਲਵਾਰ ਸਾਹਿਬ ਨੂੰ ਮਿਲ ਲੈਣਾ, ਮੈਂ ਤੁਸੀਂ ਕਹਿ ਦਿਓ, ਕਹਿੰਦੇ ਤੂੰ ਮੇਰਾ ਜਾ ਕੇ ਨਾਮ ਲੈ ਦੇਈਂ ਉਹਨਾਂ ਨੂੰ, ਹਾਂ ਤੁਹਾਡਾ ਜਾਂਦੇ ਹੀ ਕੰਮ ਹੋ ਜਾਏਗਾ। ਤੇ ਉਹ ਹੋਰ ਵੀ ਲੋਕ ਬੈਠੇ ਸੀ, ਉਹ ਵਿਅਕਤੀ ਆ ਕੇ ਬੈਠ ਗਏ, ਅਜਨਾਲੇ ਤੋਂ ਸੀ ਔਰ ਮੇਰੇ ਨਾਲ ਦੂਸਰੇ ਦਾ ਕੰਮ ਦੇਖਦੇ ਰਹੇ ਹੋਣਗੇ, ਵਕੀਲ ਸੀ, ਆਂਦੇ ਮੇਰੇ ਤੇ ਥੋੜੀ ਦੇਰ ਬਾਅਦ ਚੜਾਈ ਕਰ ਦਿੱਤੀ, ਮੈਨੂੰ ਇੰਨੀ ਦੇਰ ਹੋ ਗਈ ਇਹ ਉਹ ਫਲਾਨ, ਮੇਰਾ ਕੰਮ ਨਹੀਂ ਹੋ ਰਿਹਾ, ਮੈਂ ਤੇ ਚੱਕਰ ਮਾਰ ਮਾਰ ਕੇ ਥੱਕ ਗਿਆ ਟਰਸਟ ਦੇ, 2 ਸਾਲ ਤੋਂ ਮੇਰਾ ਕੰਮ ਅੜਿਆ, 6 ਮਹੀਨੇ ਤੋਂ ਮੈਂ ਬਹੁਤ ਬੁਰਾ ਹਾਲ ਹੈ, ਜੋ ਬਾਕੀ ਸਰਕਾਰਾਂ 'ਚ ਹੁੰਦਾ ਪੈਸੇ ਸੋਈ ਇੱਥੋਂ ਹੁੰਦਾ। ਮੈਂ ਕਿਹਾ ਤੂੰ ਦੱਸੋ ਤੁਸੀਂ ਤੁਹਾਡੀ ਸਮੱਸਿਆ ਕੀ ਹੈ, ਕੰਮ ਕੀ ਹੈ? ਦੇਖਿਆ, ਬੁਲਾਇਆ ਆਫਿਸਰ ਸਾਹਿਬਾਨ ਨੂੰ ਜੀ, ਮੈਂ ਕਿਹਾ ਇਹਨਾਂ ਦਾ ਕੰਮ ਕਰੋ ਜੀ, ਹੁਣੀ ਪੈਨਲਟੀ ਦੇ ਆਧਾਰ ਤੇ ਕਰ ਦਿਓ। ਮੈਂ ਕਿਹਾ ਕਿਦਾਂ ਹੋ ਜਾਏਗਾ? 3 ਦਿਨ ਬਾਅਦ। ਕਹਿੰਦੇ 3 ਦਿਨ। ਜਿਹੜਾ ਕੰਮ 2 ਸਾਲ 'ਚ ਨਹੀਂ ਹੋ ਰਿਹਾ, 6 ਮਹੀਨੇ ਚੱਕਰ ਲਗਾ ਰਹੇ ਹੈ, ਉਹ ਬੰਦਾ ਉਹਨੇ ਕਿਹਾ ਇਸ ਤਰ੍ਹਾਂ ਹੀ ਹੋ ਗਿਆ, ਉਹ ਉਸ ਤੋਂ ਬਾਅਦ ਚਲੇ ਗਏ। ਉਹ ਠੀਕ 3 ਦਿਨ ਬਾਅਦ ਆ ਕੇ ਉਹਨਾਂ ਦਾ ਚਿਹਰਾ ਦੇਖਣ ਵਾਲਾ ਸੀ, ਅੱਖਾਂ 'ਚ ਵੀ ਪਾਣੀ ਸੀ। ਥੈਂਕਸ ਕਹਿੰਦਾ। ਮੈਂ ਕਿਹਾ ਦੱਸੋ ਸਰ ਕੀ? ਕਹਿੰਦਾ ਮੇਰਾ ਕੰਮ ਹੋ ਗਿਆ। ਉਹੀ ਵਾਜ ਸਰਪ੍ਰਾਈਜ਼। 2 ਸਾਲ ਦੇ ਵੇਟ ਕੀਤੀ ਤੇ 3 ਦਿਨ 'ਚ ਕੰਮ ਹੋ ਗਿਆ। ਫਿਰ ਉਹ ਵਿਅਕਤੀ ਨੇ ਮੈਨੂੰ ਦੱਸਿਆ, ਕਹਿੰਦਾ ਮੈਂ ਤੇ ਧਾਰੀਵਾਲ ਸਾਹਿਬ ਦੀ ਸਿਫਾਰਿਸ਼ ਲੈ ਕੇ ਆਇਆ ਸੀ ਤੁਹਾਡੇ ਕੋਲ। ਮੈਂ ਕਿਹਾ ਤੁਸੀਂ ਤਾਂ ਮੈਨੂੰ ਫਿਰ ਦੱਸਿਆ ਨਹੀਂ। ਕਹਿੰਦਾ ਮੈਂ ਦੱਸਣ ਦੀ ਲੋੜ ਨਹੀਂ ਪਈ, ਮੈਂ ਦੇਖ ਰਿਹਾ ਸੀ ਦੂਜੇ ਲੋਕਾਂ ਦੇ ਵੀ ਉਸ ਤਰ੍ਹਾਂ ਹੀ ਕੰਮ ਹੋ ਰਹੇ ਹੈ ਤੇ ਮੈਂ ਬਗੈਰ ਹੀ ਕੰਮ ਹੋ ਗਿਆ। ਹਾਂ, ਮੈਂ ਕਿਹਾ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਹੈ। ਮੈਂ ਕਿਹਾ ਤੁਸੀਂ ਕਿਸੇ ਸਿਫਾਰਿਸ਼ ਲੈ ਆਓ ਐਮਐਲਏ ਦੀ ਤਾਂ ਵੀ, ਤੁਸੀਂ ਸਿੱਧੇ ਆ ਜਾਓ ਤਾਂ ਵੀ। ਇਹ ਸੀਟ ਸਾਰਿਆਂ ਵਾਸਤੇ ਹੈਗੀ ਹੈ, ਮੇਰੇ ਅੰਮ੍ਰਿਤਸਰ ਦੇ ਇੱਕ ਨਾਗਰਿਕ ਵਾਸਤੇ ਹੈਗੀ ਹੈ। ਮੇਰੇ ਵੱਲੋਂ ਉਹਨਾਂ ਦੇ ਕੰਮ ਹੋਣਗੇ, ਜਿਹਦੀ ਕੋਈ ਸਮੱਸਿਆ ਅਸੀਂ ਦੱਸਾਂਗੇ, ਸਮਝਾਵਾਂਗੇ, ਇੰਜ ਨਹੀਂ ਇੰਜ ਕਰ ਲਓ, ਤੁਹਾਡੇ ਮਸਲੇ ਹੱਲ ਕਰਾਂਗੇ। ਕਰ ਰਹੇ ਆ, ਲੋਕਾਂ ਦੇ ਪਰਸਨਲ ਮਸਲੇ ਹੱਲ ਕਰ ਰਹੇ ਆ। ਇਹਦੇ ਨਾਲ ਸ਼ਹਿਰ ਨੂੰ ਜਿੰਨਾ ਅਸੀਂ ਬੈਟਰ ਬਣਾ ਸਕੀਏ ਉਹ ਕੰਮ ਕਰ ਰਹੇ ਆ। ਆਉਣ ਵਾਲੇ ਟਾਈਮ 'ਚ ਤੁਸੀਂ ਦੇਖਿਓ, ਉੱਥੋਂ ਕੁਝ ਦਿਨ ਪਹਿਲਾਂ ਜਿੰਨੇ ਡਿਵਾਈਡਰਸ ਪ੍ਰੋਵਾਈਡ ਕੀਤੇ ਗਏ, ਜਿਹਦੇ ਨਾਲ ਬਹੁਤ ਬੜਾ ਯੋਗਦਾਨ ਹੈ ਜਿਨ੍ਹਾਂ ਦਾ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ। ਉਹ ਕੈਂਚੀ ਦੇ ਬੈਰੀਅਰ ਦੇਖ ਰਹੇ ਹੋ, ਉਹ ਸਾਰੇ ਟਰਸਟ ਵੱਲੋਂ ਪ੍ਰੋਵਾਈਡ ਕੀਤੇ ਗਏ। ਨਾਈਟ ਵਿਜ਼ਨ ਜੈਕਟਸ ਟਰਸਟ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ। 22 ਨੰਬਰ ਫਾਟਕ
ਦੇ ਜਿਹੜਾ ਫਲਾਈਓਵਰ ਹੈ ਜੀ ਵਿੱਚ ਸਾਨੂੰ ਮਿਲਿਆ ਕਾਂਗਰਸ ਤੋਂ ਗ੍ਰੇ ਹਾਲਤ 'ਚ। ਜਿਸ ਤਰੀਕੇ ਨਾਲ ਉਹਦੀ ਬਿਊਟੀਫਿਕੇਸ਼ਨ ਵਿੱਚ ਪੁਲ ਰਿਹਾ ਜੀ, ਜਿਹੜਾ ਪੁਲ ਦੀ ਤੁਸੀਂ ਗੱਲ ਕਰ ਰਹੇ ਹੋ, ਕਾਫੀ ਵਿਵਾਦ ਕਿ ਉਦਘਾਟਨ ਔਜਲਾ ਸਾਹਿਬ ਕਹਿੰਦੇ ਮੈਂ ਕਰਨਾ ਵਾ, ਆਮ ਪਾਰਟੀ ਵਾਲੇ ਆਪ ਕਹਿੰਦੇ, ਇਹ ਪੂਰਾ ਸੱਚਾਈ ਕੀ ਹੈਗੀ ਸੀ ਉਸ ਪੁਲ ਨੂੰ ਲੈ ਕੇ? ਕੀ ਸੱਚਾਈ ਸੀ? ਉਹ ਕਹਿੰਦੇ ਅਸੀਂ ਬਣਾਇਆ, ਤੁਸੀਂ ਸਾਨੂੰ ਗ੍ਰੇ ਦਿੱਤਾ। ਅਸੀਂ ਜੋ ਅੱਜ ਪੁਲ ਨੂੰ ਜਾ ਕੇ ਦੇਖੋ, ਜਿੰਨੇ ਨੇਮਸ ਫਾਲੋ ਕੀਤੇ ਗਏ, ਇੱਕ ਇੱਕ ਨੇਮ ਫਾਲੋ ਕੀਤਾ ਗਿਆ, ਸਪੀਡ ਪੁਆਇੰਟ ਲਗਾਏ ਗਏ, ਰਿਫਰੈਕਟਰ ਲਗਾਏ ਗਏ, ਕਾਈਟ ਆਈ ਲਗਾਈਆਂ ਗਈਆਂ, ਚੌਂਕ ਬਣਾਇਆ ਗਿਆ, ਲਾਈਟਿੰਗ ਪ੍ਰੋਪਰ ਕੀਤੀ ਗਈ, ਸਰਵਿਸ ਲਾਈਨ ਤੇ ਲਾਈਟਿੰਗ ਪ੍ਰੋਪਰ ਕੀਤੀ ਗਈ। ਸ਼ਾਇਦ ਕੋਈ ਇਦਾਂ ਦਾ ਤੁਹਾਨੂੰ ਪੁਲ ਮੇਰਾ ਨਹੀਂ ਖਿਆਲ ਚ ਨਜ਼ਰ ਆਏਗਾ। ਉਹ ਸਾਰੇ ਚਾਹੁੰਦੇ ਨਾ ਅੱਛੀ ਚੀਜ਼ ਬਣ ਗਈ ਹੈ ਤਾਂ ਹੁਣ ਅਸੀਂ ਕਰ ਦਈਏ। ਅਸੀਂ ਤਾਂ ਵੈਸੇ ਹੀ ਪਬਲਿਕ ਵਾਸਤੇ ਖੋਲਤਾ, ਕਰ ਲਓ ਸਾਰੇ। ਅਸੀਂ ਕਿਹਾ ਪਬਲਿਕ ਨੇ ਉਦਘਾਟਨ ਕਰਤਾ ਜੀ, ਪਬਲਿਕ ਨਹੀਂ ਕਰਤਾ। ਸਰ ਇੱਕ ਚੀਜ਼ ਹੋਰ ਹੈ, ਕਾਫੀ ਮਸ਼ਹੂਰ ਰਿਹਾ ਹੀਰਾ ਪਨੀਰ ਵਾਲਾ। ਉਹ ਕਹਿੰਦੇ ਸੀ ਕੁਰਸੀਆਂ ਅੱਗੇ ਵੱਧ ਗਈਆਂ, ਇਹ ਪਿੱਛੇ ਨਹੀਂ ਜਾ ਸਕਦੀਆਂ। ਉਸ ਚੀਜ਼ ਤੇ ਥੋੜਾ ਚਾਨਣ ਪਾਓਗੇ, ਉਹ ਕਿਹੜੇ ਹਿਸਾਬ ਨਾਲ ਪਿੱਛੇ ਕਰਵਾਈਆਂ ਗਈਆਂ? ਸਿਫਾਰਸ਼ਾਂ ਕਹਿੰਦੇ ਬਹੁਤ ਗਈਆਂ ਨਾ ਪਿੱਛੇ ਗਈਆਂ ਨਾ, ਜਿਹੜੇ ਉਹ ਇੰਨੇ ਸਾਲਾਂ ਤੋਂ ਨਹੀਂ ਹੋ ਪਾਏ। ਵਿਅਕਤੀ ਨੂੰ ਕਹਿ ਦਿੱਤਾ ਗਿਆ ਸੀ ਜਿੱਥੇ ਤੂੰ ਦੌੜਨਾ ਦੌੜ ਲੈ, ਤੇਰਾ ਕੰਮ ਫਿਰ ਮਾਨ ਸਾਹਿਬ ਵੀ ਕਰ ਸਕਦੇ ਆ, ਮੈਂ ਤਾਂ ਨਹੀਂ ਕਰ ਸਕਦਾ। ਇਸ ਤੋਂ ਥੱਲੇ ਤੇਰਾ ਕੋਈ ਵੀ ਨਹੀਂ ਕਰ ਸਕਦਾ। ਕਹਿੰਦੇ ਸਿਫਾਰਸ਼ਾਂ ਕਾਫੀ ਆਉਂਦੀਆਂ ਰਹੀਆਂ, ਸਭ ਪਾਸੇ ਆਉਂਦੀਆਂ ਰਹੀਆਂ, ਹੁਣ ਛੱਡਿਆ ਕਿਹੜਾ? ਲੇਕਿਨ ਦੇਖੋ, ਕੋਈ ਜੇ ਮੈਂ ਉਸ ਕਿਸੇ ਵਿਅਕਤੀ ਨੂੰ ਅਧਿਕਾਰ ਦੇ ਦੇਵਾਂ ਜੀ, ਫਿਰ ਤੇ ਮੈਂ ਨਾਲ ਦੀ ਦੁਕਾਨ ਵਾਲਾ ਉਹਨੂੰ ਵੀ ਦਵਾਂਗਾ, ਉਹਦੇ ਨਾਲ ਦਾ ਉਹਨੂੰ ਵੀ ਦਵਾਂਗਾ, ਸਭ ਨੂੰ ਦਵਾਂਗਾ। ਸਭ ਦੇ ਰਾਈਟ ਬਰਾਬਰ ਦੇ ਆ। ਨਹੀਂ ਆਏਗਾ ਕਿ ਮੇਰੇ ਕੋਲ ਕੋਈ ਸਿਫਾਰਿਸ਼ ਲੈ ਕੇ ਆ ਜਾਏਗਾ, ਉਹਦਾ ਕੰਮ ਹੋ ਜਾਏਗਾ। ਦੂਸਰਾ ਤੇ ਦੇਖੇਗਾ, ਉਹਨੂੰ ਦੇਖੇਗਾ। ਮੇਰੇ ਹੁੰਦੇ ਤੇ ਆ ਹੋ ਨਹੀਂ ਸਕਦਾ, ਉਹਦਾ ਹੀ ਰਿਜ਼ਲਟ ਹੈ ਨਹਿਰੂ ਕੰਪਲੈਕਸ। ਅੱਜ ਉਹ ਮੈਂ ਕਿਹਾ ਤੁਸੀਂ ਸੁਖ ਦੀ ਨੀਂਦ ਸੋਵੋ ਯਾਰ, ਰਾਤੀ ਤੁਸੀਂ ਟੈਨਸ਼ਨ ਲੈਂਦੇ ਹੋ, ਸਾਡੇ ਸਟਾਫ ਨੂੰ ਟੈਨਸ਼ਨ ਦਿੰਦੇ ਹੋ, ਰੋਜ਼ ਤੁਰਿਆ ਹੁੰਦਾ ਤੁਹਾਡੇ ਵੱਲ। ਇੱਕ ਗੱਲ ਯਾਦ ਰੱਖ ਲਿਓ, ਤੁਹਾਨੂੰ ਅਲਟੀਮੇਟਲੀ ਜਾਣਾ ਹੀ ਪੈਣਾ ਹੈ, ਤੁਹਾਨੂੰ ਉਹ ਰੂਲ ਫੋਲੋ ਹੀ ਕਰਨੇ ਪੈਣੇ ਹੈ। ਕਰਕੇ ਦੇਖ ਲਿਆ ਕਿ ਤਲਵਾਰ ਸਾਹਿਬ ਤੇ ਮੰਨਣ ਵਾਲੇ ਹੈ ਨਹੀਂ ਚੱਲਣੀ, ਕਰਕੇ ਫਿਰ ਆਪੇ ਹੀ ਆ ਗਏ, ਠੀਕ ਹੋ ਗਏ। ਅੱਜ ਬਹੁਤ ਵਧੀਆ, ਬਹੁਤ ਅੱਛੇ ਹੈ। ਮੈਂ ਉਹਨਾਂ ਦਾ ਵੀ ਪ੍ਰੇਜ਼ ਕਰਦਾ, ਬੇਸ਼ੱਕ ਹੀਰਾ ਪਨੀਰ ਵਾਲੇ ਉਹਨਾਂ ਦੀ ਪ੍ਰੇਜ਼ ਕਰਦਾ ਕਿ ਉਹਨਾਂ ਨੇ ਮੰਨਿਆ, ਕਾਨੂੰਨ ਨੂੰ ਮੰਨਿਆ। ਉਹਨਾਂ ਨੇ ਵੀ ਲੇਟ ਸਵੇਰ ਸਮਝਿਆ ਕਿ ਜੋ ਠੀਕ ਹੈ ਮੈਨੂੰ ਉਹੀ ਕਰਨਾ ਚਾਹੀਦਾ ਹੈ। ਮੈਂ ਹੀ ਉਹਨਾਂ ਜਦ ਪੁੱਛ ਰਿਹਾ ਸੀ ਕਿ ਤੁਸੀਂ ਦੱਸੋ ਠੀਕ ਹੈ, ਕੌਣ ਕਹੇਗਾ ਠੀਕ ਹੈ? ਨਹੀਂ ਕਹਿ ਪਾਏ। ਲੱਗਦਾ ਕਿ ਆਉਣ ਵਾਲੇ ਅੰਮ੍ਰਿਤਸਰ ਗੁਰੂ ਨਗਰੀ ਚ ਬਦਲਾਵ ਹੋਰ ਹੋ ਸਕਦਾ? ਬਹੁਤ ਹੋਏਗਾ, ਬਹੁਤ ਗੁੰਜਾਇਸ਼ ਹੈ। ਮੈਂ ਤਾਂ ਕਹਿੰਦਾ ਗੁੰਜਾਇਸ਼ ਬਣੀ ਰਹਿਣੀ ਚਾਹੀਦੀ ਹੈ ਤਾਂ ਕਿ ਬਦਲਾਵ ਚੱਲਦਾ ਰਹੇ। ਪਾਣੀ ਰੁਕਿਆ ਥੋੜੀ ਚੰਗਾ ਲੱਗਦਾ ਹੈ। ਬਹੁਤ ਵਧੀਆ ਬਣਾਵਾਂਗੇ ਗੁਰੂ ਘਰ ਨੂੰ। ਇਹ ਸਰ ਇੱਕ ਲਾਸਟ ਸਵਾਲ, ਡੈਂਪ ਨੂੰ ਲੈ ਕੇ, ਤਰਨਤਾਰਨ ਡੈਂਪ ਨੂੰ ਲੈ ਕੇ ਕਾਫੀ ਵਿਵਾਦ ਆ, ਸਰਕਾਰਾਂ ਬੜੀਆਂ ਸਿਆਸਤ ਉੱਤੇ ਉੱਪਰ ਕਰਦੀਆਂ ਰਹੀਆਂ। ਤੁਹਾਡੇ ਵੱਲੋਂ ਕੋਈ ਮੈਪ ਤਿਆਰ ਕੀਤਾ ਗਿਆ ਉਸ ਡੈਂਪ ਨੂੰ ਖਤਮ ਕਰਨ ਦਾ ਜਾਂ ਉਹਦਾ ਹੱਲ ਕੱਢਣ ਵਿੱਚ? ਦੇਖੋ, ਕਾਰਪੋਰੇਸ਼ਨ ਦੇ ਏਰੀਆ 'ਚ ਆਉਂਦਾ ਹੈ, ਟਰਸਟ ਏਰੀਆ 'ਚ ਵੀ ਛੋਟਾ ਮੋਟਾ ਡਰਮ ਚਾਲੂ ਹੋ ਗਿਆ ਜੀ। ਔਰ ਮੇਰੀ ਹੁਣੀ ਸੁਪਰ ਸ਼ੱਕਰ ਮਸ਼ੀਨ ਵੀ ਲੈ ਕੇ ਆਈ ਹਾਂ ਅਸੀਂ। ਇਹ ਤੁਹਾਨੂੰ ਦੱਸ ਦਵਾਂ, ਕਰੀਬ 1 ਕਰੋੜ 48 ਲੱਖ ਦੇ ਕਰੀਬ ਕੀਮਤ ਹੈ। ਇੱਕੋ ਹੀ ਲਕਸ਼ ਹੈਗਾ ਸੀ ਕਿ ਰੇਨੀ ਸੀਜ਼ਨ ਤੋਂ ਪਹਿਲਾਂ ਸਾਰੀ ਸੀਵਰੇਜ ਪਾਈਪਲਾਈਨ ਸੀ ਕਲੀਅਰ ਕਰ ਦਈਏ, ਸਾਫ਼ ਕਰ ਦਈਏ। ਔਰ ਐਤਕੀ ਤੁਹਾਨੂੰ ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਸ਼ਹਿਰ 'ਚ ਪਾਣੀ ਖੜਾ ਨਹੀਂ ਦਿਖੇਗਾ। ਔਰ ਜਿੰਨੀ ਸੀਵਰੇਜ ਲਾਈਨ ਆ 25% ਤੋਂ ਬਲੋਕੇਜ ਪਈ ਹੈ, ਗਾਰ ਦੇ ਨਾਲ ਬਲੋਕੇਜ ਪਈ ਹੈ। ਹਾਈ ਸੁਪਰ ਸ਼ੱਕਰ ਹੈ, ਸਾਰੀ ਕਲੀਅਰ ਕਰੇਗੀ। ਉਹ ਸਾਡੀ ਮਸ਼ੀਨ ਲਗਾਤਾਰ ਕੰਮ ਕਰ ਰਹੀ ਹੈ। ਜਿਸ ਦਿਨ ਦੀ ਅਸੀਂ ਬਾਈਕ ਕੀਤੀ ਹੈ ਅਸੀਂ ਕਲੀਅਰ ਕਰ ਰਹੇ ਹਾਂ, ਇੱਕ ਇੱਕ ਕਰਕੇ ਕਲੋਨੀਆਂ ਪਕੜ ਰਹੇ ਹਾਂ, ਕਲੀਅਰ ਕਰਦੇ ਚਲੇ ਜਾ ਰਹੇ ਹਾਂ। ਬਾਰਿਸ਼ ਤੋਂ ਪੂਰਾ ਨਿਜਾਤ ਦੇਵਾਂਗੇ। ਔਰ ਦੂਸਰੀ ਗੱਲ ਕੀ ਕਰ ਰਹੇ ਸੀ ਤੁਸੀਂ ਕਿ ਮੈਪ ਕੀ ਹੈ, ਉਹਨੂੰ ਹੱਲ ਕਿੱਦਾਂ ਹੋਵੇਗਾ ਡੈਂਪ ਦਾ? ਅਸੀਂ ਵੇਸਟ ਮੈਨੇਜਮੈਂਟ ਤੇ ਕੰਮ ਕਰ ਰਹੇ ਹਾਂ, ਪੂਰੀ ਪਲਾਨਿੰਗ ਚੱਲ ਰਹੀ ਹੈ। ਵੇਸਟ ਕਿਸ ਤਰ੍ਹਾਂ ਅਸੀਂ ਕੰਟਰੋਲ ਕਰਾਂਗੇ, ਕਿਸ ਤਰ੍ਹਾਂ ਸੈਗਰੀਗੇਟ ਕਿੱਦਾਂ ਕਰਾਂਗੇ, ਕਿਸ ਤਰ੍ਹਾਂ ਕੋਈ ਮਸ਼ੀਨ ਮਹਿੰਗੀ ਤੋਂ ਮਹਿੰਗੀ ਲਗਾਉਣੀ ਪਈ ਤਾਂ ਅਸੀਂ ਲਗਾਵਾਂਗੇ। ਤਾਂ ਇਹਨੂੰ ਬਹੁਤ ਜਲਦੀ ਹੱਲ ਕਰਾਂਗੇ, 2-4-6 ਮਹੀਨੇ 'ਚ ਇਹ ਮਸਲਾ ਵੀ ਹੱਲ ਕਰਾਂਗੇ। ਸ਼ਹਿਰ ਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ? ਸ਼ਹਿਰ ਵਾਸੀਆਂ ਨੂੰ ਆਹੀ ਅਪੀਲ ਕਰਨਾ ਚਾਹਾਂਗਾ ਕਿ ਪਲੀਜ਼ ਇੱਕ ਤੇ ਆਪਣੀ ਅਕਰੋਚਮੈਂਟ ਨਾ ਕਰੋ। ਜਿੱਥੇ ਤੁਹਾਡੀ ਦੁਕਾਨ ਦੀ ਹੱਦ ਹੈ ਆਪਣੀਆਂ ਹੱਦਾਂ 'ਚ ਹੀ ਰਹੋ। ਅਕਰੋਚਮੈਂਟ ਕਰਨ ਦੇ ਨਾਲ ਸਮੱਸਿਆਵਾਂ ਬਹੁਤ ਵੱਧਦੀਆਂ ਹੈਗੀਆਂ। ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀ ਹੈ, ਰਸ਼ ਹੁੰਦਾ ਹੈਗਾ। ਕਸਟਮਰ ਨੇ ਆਣਾ ਤੇ ਤੁਹਾਡੀ ਦੁਕਾਨ ਤੇ ਆ ਜਾਣਾ ਹੈ।
ਜਿਹਨੇ ਮੈਂ ਕਿਤੇ ਵੀ ਕੰਮ ਸਮਾਨ ਲੈਣ ਜਾਣਾ ਹੈ, ਤੇ ਮੈਂ ਨਹੀਂ ਦੇਖਣਾ ਕਿ ਉਹਦੀ ਦੁਕਾਨ ਬਾਹਰ 5 ਫੁੱਟ ਵਧੀ ਹੈ ਤੇ ਮੈਂ ਜਾਵਾਂਗਾ ਉਸ ਦੁਕਾਨ ਤੇ ਜਾਵਾਂਗਾ। ਜਿੱਥੇ ਮੈਨੂੰ ਅੱਛੀ ਸਰਵਿਸ ਮਿਲਦੀ ਹੈ, ਜਿਹੜਾ ਮੇਰੇ ਦੁਕਾਨਦਾਰ ਅੱਛਾ ਡੀਲ ਕਰਦਾ ਹੈ, ਮੈਂ ਉੱਥੇ ਚਲੇ ਜਾਣਾ ਹੈ। ਆ ਨਹੀਂ ਦੇਖਣਾ ਕਿ ਉਹਦੀ ਅੱਗੇ ਵਧੀ ਹੈਗੀ ਹੈ ਦੁਕਾਨ, ਕੋਈ ਵੀ ਨਹੀਂ ਦੇਖਦਾ। ਆ ਛੋੜ ਦੋ। ਕਿਸੇ ਵੀ ਸਭ्य ਸਮਾਜ ਦੇ ਵਿੱਚ ਐਸੇ ਨਹੀਂ ਲੋਕ ਕਰਦੇ। ਤੁਸੀਂ ਪੂਰਾ ਫੋਰਨ ਘੁੰਮ ਲਓ, ਜਿੰਨੇ ਯੂਰਪੀਅਨ ਕੰਟਰੀ, ਡਿਵੈਲਪਿੰਗ ਕੰਟਰੀ ਘੁੰਮ ਲਓ, ਐਸਾ ਨਹੀਂ ਹੁੰਦਾ। ਤੋ ਅਸੀਂ ਆ ਮਾਨਸਿਕਤਾ ਨੂੰ ਜਲਦੀ ਤੋਂ ਜਲਦੀ ਛੱਡੀਏ ਤਾਂ ਕਿ ਸਾਡਾ ਸ਼ਹਿਰ ਬਹੁਤ ਖੂਬਸੂਰਤ ਔਰ ਸਾਫ਼ ਸੁਥਰਾ ਲੱਗੇ। ਬਿਲਕੁਲ ਜੀ, ਧੰਨਵਾਦ। ਇੱਕ ਤਸਵੀਰ ਹੋਰ ਸਾਂਝੀ ਕਰਨਾ ਚਾਹੂੰਗਾ, ਕੈਮਰਾ ਪਰਸਨ ਨੂੰ ਦੇਖ ਸਕਦੇ ਹੋ ਕਿ ਜਿਹੜੇ ਲੋਕ ਕੰਮ ਕਰਵਾਉਣ ਵਾਸਤੇ ਪਹੁੰਚੇ ਨੇ, ਕਿਉਂਕਿ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਜ਼ਿਆਦਾ ਸਮਾਂ ਵੀ ਲਾਉਣਾ ਪਵੇਗਾ ਕਿ ਅਸੀਂ ਆਪਣਾ ਕੰਮ ਕਰਾਂਗੇ। ਪਬਲਿਕ ਦੇ ਨਾਲ ਗੱਲਬਾਤ ਕਰ ਲੈਂਦੇ ਆ ਕਿ ਪਬਲਿਕ ਇਸ ਚੀਜ਼ ਨੂੰ ਕਿੱਦਾਂ ਦੇਖ ਰਹੀ ਹੈ, ਕਿਉਂਕਿ ਆਖਰ ਦੇ ਵਿੱਚ ਮਾਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ, ਉਹ ਗਰਾਊਂਡ ਜ਼ੀਰੋ ਦੇ ਉੱਪਰ ਪੂਰੇ ਹੋਏ ਜਾਂ ਨਹੀਂ ਹੋਏ। ਮੈਮ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ। शिवानी शर्मा। मैम, की काम करवाना से एक्चुअली मैं किसी के काम से आई थी यहाँ पे, उनका बहुत पुराना काम था जो रुका हुआ था जी। और अब तो सरकार अपनी है जी। काम अपने हो रहे हैं और हम चाहते हैं कि हाँ भाई एटलीस्ट हम लोग, हमारी सरकार बनी है तो हम अपनी सरकार के अंडर ही अपने काम करवा सकें, क्योंकि पहले जितनी रिवायती पार्टियां रही हैं उन्होंने सिर्फ अपना मतलब बैंक बैलेंस ही बनाया है, उन लोगों ने काम नहीं किया। जनता हमेशा परेशान ही होती रही है। और आज की डेट में मैं तो तलवार सर की मतलब सबसे पहले बात तो मैं अपनी सरकार की, अपने हाईकमान को थैंक्स करना चाहूँगी कि उन्होंने हमें ऐसा बंदा, अनवश बंदा हमें इसमें दिया चेयरमैनशिप के लिए। ऊपर से ये कि इनके पास कुछ भी हम काम लेके आते हैं, मैं इनकी तारीफ नहीं कर रही हूँ, जो सच है सच है। मैं बहुत स्पष्ट होती हूँ हर काम को लेके कि हर काम इन लोगों के हो रहे हैं। देखिए टाइम जरूर लगेगा जी। जो पुराना बहुत चीज़ें चलती आ रही हैं उन चीज़ों को बदलने में बहुत समय लगेगा। और मैं सिर्फ सरकार मतलब लोगों को, आम जनता को सिर्फ यही कहती हूँ, पैनिक ना होएं, बहुत ज़्यादा घबराहट मत डालें। आए हैं, काम होगा, थोड़ा सा समय के हिसाब से चलते जाएं, थोड़ा काम होता जाएगा। ऐसा नहीं कि काम नहीं होगा, काम उनके अवश्य होंगे और बहुत प्रॉपर सूझबूझ के साथ, तरीके के साथ होंगे। ਬਿਲਕੁਲ ਜੀ, ਇਹ ਪਬਲਿਕ ਦਾ ਸਮਰਥਨ ਵੀ ਆ ਤੇ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਪਹਿਲਾਂ ਇਸੇ ਦਫ਼ਤਰ ਦੇ ਵਿੱਚ ਸਾਡੇ ਕਈ ਗੇੜੇ ਲੱਗਦੇ ਸਨ, ਪਰ ਜਦੋਂ ਦੀ ਪੰਜਾਬ ਸਰਕਾਰ ਬਣੀ ਆ, ਆਮ ਪਾਰਟੀ ਸਰਕਾਰ ਬਣੀ ਆ, ਜੋ ਮਾਨ ਸਾਹਿਬ ਦੇ ਵੱਲੋਂ ਵਾਅਦੇ ਕੀਤੇ ਗਏ ਸੀ ਲੋਕਾਂ ਦੇ ਨਾਲ, ਉਹ ਗਰਾਊਂਡ ਜ਼ੀਰੋ ਦੇ ਉੱਪਰ ਪੂਰੇ ਹੋ ਰਹੇ ਨੇ। ਹੁਣ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਜੇ ਸਰਕਾਰ ਨੇ ਜੋ ਰੂਲ ਬਣਾਏ ਨੇ, ਜੋ ਨਿਯਮ ਬਣਾਏ ਨੇ, ਉਹਨਾਂ ਦੀ ਪਾਲਣਾ ਕੀਤੀ ਜਾਵੇ ਕਿ ਜਿਹੜੇ ਪੰਜਾਬ ਦੇ ਵਿੱਚ ਬਦਲਾਅ ਆਵੇ। ਕਰਪਸ਼ਨ ਨੂੰ ਲੈ ਕੇ ਵੀ ਮਾਨ ਸਾਹਿਬ ਦੇ ਵੱਲੋਂ ਸਕੰਜਾ ਕੱਸਿਆ ਗਿਆ ਕਿ ਜਿਹੜੇ ਆਫੀਸਰ ਜਾਂ ਅਧਿਕਾਰੀ ਇਹ ਰਿਸ਼ਵਤ ਲੈਣਗੇ, ਉਹਨਾਂ ਦੇ ਉੱਪਰ ਜਿਹੜਾ ਕਿ ਸਕੰਜਾ ਹੁਣ ਕੱਸਿਆ ਜਾ ਰਿਹਾ। ਤੇ ਅੱਜ ਲਿਵਿੰਗ ਇੰਡੀਆ ਦੇ ਵੱਲੋਂ ਗਰਾਊਂਡ ਜ਼ੀਰੋ ਦੇ ਉੱਪਰ ਪ੍ਰੋਮੋਸ਼ਨ ਦੇ ਵਿੱਚ ਜਾ ਕੇ ਟਾਈਮਿੰਗ ਚੈੱਕ ਕੀਤੀ ਗਈ ਆ, ਉੱਥੋਂ ਦੇ ਕੰਮ ਚੈੱਕ ਕੀਤੇ ਗਏ ਨੇ, ਪਰ ਆਖਰ ਦੇ ਵਿੱਚ ਜੋ ਮਾਨ ਸਾਹਿਬ ਕਹਿ ਰਹੇ ਨੇ ਉਹ ਹਕੀਕਤ ਦੇ ਵਿੱਚ ਬਿਲਕੁਲ ਸਹੀ ਲੱਗ ਰਿਹਾ। ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।